ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਤੁਸੀਂ ਦੇਖ ਰਹੇ ਹੋ ਦਾ ਪੰਜਾਬ ਲਈ। ਇੱਕ ਦਿਨ ਸ਼੍ਰੀ ਗੁਰੂ ਅਰਜਨ ਦੇਵ ਜੀ ਅੰਮ੍ਰਿਤ ਵੇਲੇ ਇਸ਼ਨਾਨ ਕਰਕੇ ਬੇਰੀ ਹੇਠ ਬੈਠ ਕੇ ਨਿਤਨੇਮ ਵਿੱਚ ਜੁੜੇ ਹੋਏ ਸਨ। ਜਦੋਂ ਨਿਤਨੇਮ ਤੋਂ ਵਿਹਲੇ ਹੋਏ ਤਾਂ ਕੁਝ ਸਿੱਖਾਂ ਨੇ ਬੇਨਤੀ ਕੀਤੀ ਸਤਿਗੁਰੂ ਜੀ ਦੇ ਚਰਨਾਂ ਵਿੱਚ ਕਿ ਸੱਚੇ ਪਾਤਸ਼ਾਹ ਜੀ, ਬਾਣੀ ਰਾਹੀਂ ਉਪਦੇਸ਼ ਮਿਲਦਾ ਹੈ ਕਿ ਸਵਾਸ ਸਵਾਸ ਨਾਮ ਜਪੋ, ਬੰਦਗੀ ਕਰੋ, ਕੋਈ ਵੀ ਸਵਾਸ ਵਿਰਥਾ ਨਾ ਜਾਵੇ। ਗੁਰੂ ਨੂੰ ਇਹੀ ਪਾਉਂਦਾ ਜੋ ਸਵਾਸ ਸਵਾਸ ਨਾਮ ਜਪੇ। ਸਿੱਖਾਂ ਨੇ ਬੇਨਤੀ ਕੀਤੀ, ਸਤਿਗੁਰੂ ਜੀ, ਇਹ ਸਾਸ ਗਰਾਸ ਵਿੱਚ ਅਵਸਥਾ ਇੱਕਦਮ ਨਹੀਂ ਮਿਲਦੀ, ਸਮਾਂ ਪਾ ਕੇ ਮਿਲਦੀ ਹੈ। ਧਿਆਨ ਯੋਗ ਗੱਲ ਹੈ। ਧਿਆਨ ਦੇਣਾ ਇਹ ਨਹੀਂ ਕਿ ਉੱਦਮ ਹੀ ਨਹੀਂ ਕਰਨਾ। ਸਾਨੂੰ ਸਾਰਿਆਂ ਨੂੰ ਉੱਦਮ ਨਹੀਂ ਛੱਡਣਾ ਚਾਹੀਦਾ। ਇਹਨਾਂ ਪੌੜੀਆਂ 'ਤੇ ਚੜ੍ਹਨ ਦਾ ਯਤਨ ਕਰਦੇ ਰਹਿਣਾ ਚਾਹੀਦਾ। ਦਿਲ ਢਾਹ ਕੇ ਨਹੀਂ ਬੈਠ ਜਾਣਾ ਕਿ ਮੈਂ ਤਾਂ ਇੱਥੇ ਪਹੁੰਚ ਹੀ ਨਹੀਂ ਸਕਦਾ। ਦੁਆਪਰ ਯੁੱਗ ਦੇ ਅਵਤਾਰ ਸ਼੍ਰੀ ਕ੍ਰਿਸ਼ਨ ਜੀ ਨੇ ਇੱਕ ਕੀੜੇ ਦੀ ਮਿਸਾਲ ਦਿੱਤੀ ਸੀ। ਮੈਂ ਆਪਣੇ ਘਰਾਂ ਵਿੱਚ ਕਈ ਵਾਰ ਵੇਖਿਆ, ਇੱਕ ਕੀੜਾ ਕੰਧ 'ਤੇ ਕਿੰਨੀ ਵਾਰ ਚੜ੍ਹਨ ਦਾ ਯਤਨ ਕਰਦਾ, ਡਿੱਗਦਾ, ਫਿਰ ਚੜ੍ਹਨ ਦਾ ਯਤਨ ਕਰਦਾ। ਕਈ ਵਾਰੀ ਜਿੱਥੇ ਹੱਥ ਧੋਂਦੇ ਹੋ, ਵਾਸ਼ ਬੇਸ਼ਨ ਜਾਂ ਕੁਝ ਹੋਰ ਐਸੀਆਂ ਥਾਵਾਂ ਜਿੱਥੇ ਤਿਲਕਣ ਹੋਵੇ, ਉੱਥੇ ਕੀੜਾ ਚੜ੍ਹਦਾ, ਡਿੱਗਦਾ, ਫਿਰ ਚੜ੍ਹਦਾ, ਫਿਰ ਡਿੱਗਦਾ। ਕ੍ਰਿਸ਼ਨ ਜੀ ਨੇ ਕੀੜੇ ਵੱਲ ਵੇਖ ਕੇ ਆਖਿਆ ਸੀ, ਦੇਖੋ 10 ਵਾਰੀ ਡਿੱਗਿਆ, 15 ਵਾਰੀ ਡਿੱਗਿਆ, 20 ਵਾਰੀ ਡਿੱਗਿਆ, ਪਰ 21ਵੀਂ ਵਾਰੀ ਚੜ੍ਹਨ ਵਿੱਚ ਸਫਲ ਹੋ ਗਿਆ। ਕੀੜੇ ਤੋਂ ਹੀ ਸਬਕ ਲੈ ਲਵੋ, ਯਤਨ ਜਾਰੀ ਰੱਖਣਾ, ਇੱਕ ਦਿਨ ਜ਼ਰੂਰ ਸਫਲਤਾ ਮਿਲ ਜਾਵੇਗੀ। ਇੱਕਦਮ ਨਹੀਂ ਅਵਸਥਾ ਬਣਦੀ। 26 ਤੋਂ 27 ਸਾਲ ਦਾ ਨੌਜਵਾਨ ਬਾਬਾ ਆਨੰਦ ਸਿੰਘ ਜੀ ਕੋਲ ਆਇਆ। ਕਹਿਣ ਲੱਗਾ, ਮੈਂ ਸੁਣਿਆ ਤੁਸੀਂ ਗੁਰੂ ਨਾਨਕ ਦੇ ਦਰਸ਼ਨ ਕੀਤੇ ਨੇ। ਬਾਬਾ ਜੀ ਨੇ ਨਾ ਤੇ ਹਾਂ ਕੀਤੀ ਤੇ ਨਾ ਹੀ ਨਾ ਕੀਤੀ। ਸੋਚਿਆ, ਜੇ ਕਹਿੰਦੇ ਹਨ ਕਿ ਕੀਤੇ ਹਨ ਤਾਂ ਹਉਮੈ ਹੈ, ਜੇ ਕਹਿੰਦੇ ਹਨ ਨਹੀਂ ਤੇ ਕਿਤੇ ਨਾ ਕਿਤੇ ਝੂਠ ਹੈ। ਕਹਿਣ ਲੱਗੇ, ਤੂੰ ਕਿਉਂ ਪੁੱਛ ਰਿਹਾ? ਕਹਿਣ ਲੱਗਾ, ਇਸ ਲਈ ਪੁੱਛ ਰਿਹਾ ਕਿ ਤੁਸੀਂ ਕੀਤੇ ਹਨ ਤੇ ਮੈਨੂੰ ਵੀ ਕਰਵਾ ਦਿਓ। ਬਾਬਾ ਜੀ ਕਹਿਣ ਲੱਗੇ, ਕਿੰਨਾ ਪੜ੍ਹਿਆ? ਕਹਿੰਦਾ ਜੀ, MA ਪੜ੍ਹਿਆ ਮੈਂ। ਬਾਬਾ ਜੀ ਕਹਿੰਦੇ, ਅੱਛਾ, ਅਸੀਂ ਤਾਂ ਸਿਰਫ 5 ਅੱਖਰ ਪੜ੍ਹੇ ਨੇ। ਸੰਤ ਵਧਾਵਾ ਸਿੰਘ ਜੀ ਹੋਏ ਨੇ ਬਾਬਾ ਆਨੰਦ ਸਿੰਘ ਜੀ ਦੇ ਵਿਦਿਆ ਗੁਰੂ। ਉਹਨਾਂ ਨਾ ਫੱਟੀ ਲਈ ਨਾ ਹੀ ਸਲੇਟ, ਮਿੱਟੀ 'ਤੇ ਵਾਇਆ ਸੀ ਊੜਾ, ਐੜਾ, ਈੜੀ, ਸੱਸਾ ਤੇ ਹਾਹਾ। ਅੱਗੇ ਕਹਿਣ ਲੱਗਾ, ਜੋ ਉਹਨਾਂ ਕਹਿ ਦਿੱਤਾ ਵੀ ਕੱਟਿਆ ਜੰਮਦਾ ਫਾਹਾ, ਤੇ ਕਿਹਾ, ਤੇਰੇ ਲਈ ਇੰਨੇ ਹੀ ਕਾਫੀ ਹਨ। ਇੱਥੇ ਇਹ ਨਾ ਸਮਝ ਲੈਣਾ ਕਿ ਮਹਾਂਪੁਰਸ਼ ਅਨਪੜ੍ਹ ਸਨ। ਦੁਨਿਆਵੀ ਪੜ੍ਹਾਈ ਇੱਥੋਂ ਤੱਕ ਸੀ। ਬਾਣੀ ਦੀ ਮਰਿਆਦਾ ਵਿੱਚ, ਗੁਰੂ ਗ੍ਰੰਥ ਸਾਹਿਬ ਜੀ ਦੀ ਮਰਿਆਦਾ ਵਿੱਚ ਜੋ ਬਰੀਕੀਆਂ ਮਹਾਂਪੁਰਸ਼ਾਂ ਨੇ ਕੱਢੀਆਂ ਹਨ, ਉਹ ਆਮ ਆਦਮੀ ਸੋਚ ਤੋਂ ਵੀ ਪਰੇ ਹਨ। ਜਿੱਥੇ ਦੁਨਿਆਵੀ ਪੜ੍ਹਾਈ ਖਤਮ ਹੁੰਦੀ ਹੈ, ਉੱਥੇ ਗੁਰੂ ਨਾਨਕ ਦੇ ਘਰ ਦੀ ਕੱਚੀ ਦੀ ਪੜ੍ਹਾਈ ਸ਼ੁਰੂ ਹੁੰਦੀ ਹੈ। ਇੱਕ ਵਿਦਵਾਨ ਅਤੇ ਮਹਾਂਪੁਰਸ਼ ਵਿੱਚ ਬੜਾ ਫਰਕ ਹੁੰਦਾ ਹੈ। ਬਾਬਾ ਜੀ ਕਹਿੰਦੇ, ਤੂੰ MA ਪੜ੍ਹਿਆ? ਅਸੀਂ ਤਾਂ ਕੱਚੀ ਵੀ ਨਹੀਂ ਪੜ੍ਹੇ। ਤੂੰ ਇੰਝ ਕਰ, ਸਾਨੂੰ ਨਾ ਬੈਠੇ ਬਿਠਾਏ MA ਕਰਵਾ ਦੇ ਇੱਥੇ ਹੁਣ, ਅਸੀਂ ਤੈਨੂੰ ਗੁਰੂ ਨਾਨਕ ਜੀ ਦੇ ਦਰਸ਼ਨ ਕਰਵਾ ਦਾਂਗੇ। ਉਹ ਨੌਜਵਾਨ ਕਹਿਣ ਲੱਗਾ, MA ਉਹ ਬੈਠੇ ਬੈਠੇ ਕਿਵੇਂ ਹੋ ਸਕਦੀ ਹੈ? ਇਸ ਦੇ ਲਈ ਤਾਂ ਮਿਹਨਤ ਕਰਨੀ ਪੈਣੀ ਹੈ। ਪਹਿਲਾਂ ਛੋਟੀਆਂ ਕਲਾਸਾਂ ਪਾਸ ਕਰਨੀਆਂ ਪੈਣੀਆਂ ਨੇ, ਫਿਰ ਉੱਥੋਂ ਤੱਕ ਪਹੁੰਚੋਗੇ, ਫਿਰ MA ਹੁੰਦੀ ਹੈ, ਐਵੇਂ ਨਹੀਂ ਹੁੰਦੀ। ਬਾਬਾ ਜੀ ਕਹਿਣ ਲੱਗੇ, ਗੁਰੂ ਨਾਨਕ ਦੇ ਦਰਸ਼ਨ ਵੀ ਇੱਕਦਮ ਨਹੀਂ ਹੁੰਦੇ, ਉਸ ਲਈ ਵੀ ਘਾਲਣੀ ਪੈਂਦੀ ਹੈ, ਉੱਦਮ ਕਰਨੇ ਪੈਂਦੇ ਨੇ। ਪੌੜੀਆਂ ਚੜ੍ਹੇ ਬਗੈਰ ਮੰਜ਼ਿਲ ਨਹੀਂ ਮਿਲਦੀ। ਸਵਾਸ ਗਰਾਸ ਦੀ ਅਵਸਥਾ ਬਣੇ। ਇਹ ਪੌੜੀ ਬੜੀ ਉੱਚੀ ਹੈ, ਪਰ ਅਸੀਂ ਉਸ ਕੀੜੇ ਤੋਂ ਸੇਧ ਲੈਣੀ ਹੈ, ਉੱਦਮ ਨਹੀਂ ਛੱਡਣਾ। ਸਿੱਖ ਕਹਿਣ ਲੱਗੇ ਕਿ ਸਵਾਸ ਸਵਾਸ ਨਾਮ ਚੱਲੇ, ਇਹ ਪੌੜੀ ਬੜੀ ਉੱਚੀ ਹੈ। ਇਸ ਅਵਸਥਾ 'ਤੇ ਜੇ ਪਹੁੰਚਣ ਤੋਂ ਪਹਿਲਾਂ ਹੀ ਜੇ ਸਾਡੇ ਸਵਾਸ ਹੀ ਨਿਕਲ ਗਏ, ਅਸੀਂ ਅਕਾਲ ਚਲਾਣੇ ਕਰਕੇ ਫਿਰ ਕੀ ਬਣੇਗਾ? ਗੁਰੂ ਜੀ ਨੇ ਕਿਹਾ, ਜੋ ਸਾਸ ਗਿਰਾਸ ਤੇ ਆਏ, ਮੇਰਾ ਹਰ ਹਰ ਸੋ ਗੁਰਮੁਖ ਗੁਰਮੰਡ ਪਾਵੇ। ਕੋਈ ਸੌਖਾ ਰਾਹ ਬਖਸ਼ ਦਿਓ ਮਹਾਰਾਜ ਜੀ। ਦੂਜੀ ਬੇਨਤੀ। ਸਿੱਖ ਕਹਿਣ ਲੱਗੇ, ਅਸੀਂ ਲਗਭਗ ਜੀਵ ਹਾਂ, ਸਾਡੀ ਸੋਚ ਪੋਚ ਹੈ, ਗ੍ਰਸਤੀ ਦੀ ਕਾਰ ਵਿਹਾਰ ਵੀ ਕਰਨੀ ਹੈ, ਬੱਚਿਆਂ ਦੀ ਦੇਖਭਾਲ ਵੀ ਕਰਨੀ ਹੈ, ਆਏ ਗਏ ਅਤਿਥੀ ਦੀ ਸੇਵਾ ਵੀ ਕਰਨੀ ਹੈ। ਆਪ ਹੀ ਕੋਈ ਸੌਖਾ ਰਾਹ ਬਖਸ਼ੋ ਸਤਿਗੁਰ ਜੀ। ਬਾਬਾ ਬੁੱਢਾ ਜੀ ਤੇ ਭਾਈ ਗੁਰਦਾਸ ਜੀ ਵੀ ਕਹਿਣ ਲੱਗੇ, ਸਤਿਗੁਰ ਅਨੇਕਾਂ ਮੱਤਾਂ ਵਿੱਚ ਜੀਵਾਂ ਦੇ ਕਲਿਆਣ ਲਈ ਕੁਝ ਰਚਿਆ ਗਿਆ। ਜਿਵੇਂ ਸਨਾਤਨ ਮੱਤ ਵਾਲੇ ਗੀਤਾ ਦਾ ਪਾਠ ਕਰਨ ਵਿੱਚ ਹੀ ਜੀਵ ਦੀ ਕਲਿਆਣ ਮੰਨਦੇ ਨੇ, ਆਪ ਜੀ ਦੀ ਵੀ ਕੋਈ ਅਜਿਹੀ ਬਾਣੀ ਰਚੋ ਜਿਸ ਦੇ ਪਾਠ ਕੀਤਿਆਂ ਜੀਵਾਂ ਦਾ ਕਲਿਆਣ ਹੋ ਜਾਵੇ ਤੇ 24,000 ਜੋ ਸਵਾਸ ਨੇ ਉਹ ਸਫਲੇ ਹੋ ਜਾਣ। ਆਪ ਜੀ ਤੇ ਸਿੱਖ ਕਿੱਧਰੇ ਭਟਕਦੇ ਫਿਰਦੇ ਨੇ, ਕਿੱਧਰੇ ਭਟਕੇ ਜਾਣਗੇ। ਸਿੱਖਾਂ ਦੀ ਇਸ ਅਰਦਾਸ ਬਦਲੇ ਫਿਰ ਗੁਰੂ ਜੀ ਨੇ ਇੱਕ ਪੰਕਤੀ ਉਚਾਰੀ। ਕਹਿੰਦੇ ਹਨ, ਪਾਪਾਂ ਨੂੰ, ਕਮਜ਼ੋਰੀਆਂ ਨੂੰ, ਮਾੜੇ ਵਿਚਾਰਾਂ ਨੂੰ, ਹਾਨੀ ਤੋਂ ਭਾਵ ਖਤਮ ਹੋਣ। ਇਹਦੇ ਲਈ ਤੁਸੀਂ ਬਾਣੀ ਪੜ੍ਹੋ,
ਇਹੋ ਜੀ ਬਾਣੀ ਫਿਰ ਗੁਰੂ ਜੀ ਨੇ ਰਚੀ ਜਿਹੜੀ ਸਿੱਖ ਰੋਜ਼ ਪੜ੍ਹਨ ਤੇ ਉਹਨਾਂ ਦੇ ਪਾਪ ਧੋਤੇ ਜਾਣ। ਪੜ੍ਹਨ ਤੋਂ ਬਾਅਦ ਇਸ ਨੂੰ ਜੋ ਕੋਈ ਵੀ ਹਿਰਦੇ ਵਿੱਚ ਵਸਾ ਲਵੇ, ਕਮਾ ਲਵੇ, ਉਸ ਦਾ ਜਨਮ ਮਰਨ ਮਿਟ ਜਾਵੇਗਾ। ਸਿੱਖਾਂ ਦੇ ਪਿਆਰ ਤੇ ਨਿਮਰਤਾ ਭਰੀ ਬੇਨਤੀ ਸੁਣ ਕੇ ਸਤਿਗੁਰ ਦੇ ਕੋਮਲ ਹਿਰਦੇ ਵਿੱਚ ਸਾਰੀ ਸ੍ਰਿਸ਼ਟੀ ਦੇ ਸਵਾਸ ਸਫਲੇ ਕਰਨ ਲਈ ਉਮਾ ਉਪੰਗ ਰਿਹਾ ਕਿ ਕਿਉਂ ਨਾ ਐਸੀ ਬਾਣੀ ਰਚੀਏ ਜਿਸ ਨੂੰ ਪੜ੍ਹਨ ਨਾਲ ਮਨੁੱਖ ਦੇ ਇੱਕ ਦਿਨ ਵਿੱਚ ਲੈਣ ਵਾਲੇ 24,000 ਸਵਾਸ ਸਫਲੇ ਹੋ ਜਾਣ। ਸਿੱਖਾਂ ਦੀ ਬੇਨਤੀ 'ਤੇ ਗੌਰ ਕਰਦੇ ਹੋਏ ਰਾਮਸਰ ਸਾਹਿਬ ਦੇ ਪਵਿੱਤਰ ਜੋ ਉੱਥੇ ਬੈਠ ਕੇ ਉਹਨਾਂ ਰਮਣੀਕ ਮਾਹੌਲ ਵਿੱਚ ਵਾਤਾਵਰਨ ਵਿੱਚ ਬੈਠ ਕੇ ਜੀਵਾਂ ਦੇ ਕਲਿਆਣ ਵਾਸਤੇ ਸੁਖਮਨੀ ਸਾਹਿਬ ਦੀ ਬਾਣੀ ਉਚਾਰਨ ਕੀਤੀ। ਸਤਿਗੁਰ ਨੇ ਆਪਣੇ ਰੂਹਾਨੀ ਬਖਸ਼ਿਸ਼ ਵਰਤਾ ਕੇ ਇਹ ਅਨਮੋਲ ਖਜ਼ਾਨਾ ਸੰਸਾਰ ਦੀ ਝੋਲੀ ਵਿੱਚ ਪਾ ਦਿੱਤਾ। ਪਾਠ ਦੀ ਪਹਿਲੀ ਵਿਸ਼ੇਸ਼ਤਾ। ਸੁਖਮਨੀ ਸਾਹਿਬ ਪਾਠ ਦੀ ਪਹਿਲੀ ਮਹਾਨਤਾ ਇਹ ਹੈ ਕਿ ਸੁਖਮਨੀ ਸਾਹਿਬ ਦੀ ਬਾਣੀ ਦਾ ਇੱਕ ਪਾਠ ਸ਼ਰਧਾ ਨਾਲ ਕਰਨ ਨਾਲ 24,000 ਜੋ ਆਪਾਂ ਦਿਨ ਦੇ ਸਵਾਸ ਲੈਂਦੇ ਹਾਂ ਉਹ ਸਫਲ ਹੁੰਦੇ ਨੇ। ਸੁਣਨ ਤੋਂ ਬਾਅਦ ਕਿਸੇ ਵੀ ਵੀਰ ਭੈਣ ਬਜ਼ੁਰਗ ਦਾ ਇੱਕ ਪਾਠ ਵੀ ਸ਼੍ਰੀ ਸੁਖਮਨੀ ਸਾਹਿਬ ਜੀ ਦਾ ਨੇਮ ਬਣ ਜਾਵੇ ਤਾਂ ਗੁਰੂ ਦੀ ਕਿਰਪਾ ਨਾਲ ਜੋ ਇਹ ਉਪਰਾਲਾ ਹੈ ਅਸੀਂ ਸਫਲ ਸਮਝਾਂਗੇ। ਚੱਲ ਰਿਹਾ ਇੱਕ ਹੋਰ ਕਲਯੁਗ ਦਾ ਚੱਲ ਰਿਹਾ, ਇਹ ਤਾਂ ਆਪਾਂ ਸਭ ਨੂੰ ਪਤਾ। ਵੇਦ ਲੱਛਣ ਵੀ ਵੱਧ ਰਹੇ ਨੇ। ਜਿਵੇਂ ਇੱਕ ਮਿਸਾਲ ਹੈ, ਕੋਈ ਰਾਜਾ ਹੋਵੇ ਕਿਸੇ ਦੇਸ਼ ਦਾ, ਉਸ ਕੋਲੋਂ ਸਾਰੇ ਡਰਦੇ ਹਨ ਕਿਉਂਕਿ ਰਾਜਾ ਜੋ ਚਾਹੇ ਉਹ ਕਰ ਸਕਦਾ, ਜਿਹੜਾ ਮਰਜ਼ੀ ਚਾਹੇ ਉਹ ਕਾਨੂੰਨ ਬਣਾ ਸਕਦਾ, ਜਿਸ ਨੂੰ ਚਾਹੇ ਉਹਦੇ ਪ੍ਰਾਣ ਹਰ ਸਕਦਾ, ਪੂਰੀ ਤਾਕਤ ਦਾ ਮਾਲਕ ਹੁੰਦਾ। ਇਹ ਜਿਹੜਾ ਯੁੱਗ ਜਾ ਰਿਹਾ ਹੈ ਨਾ, ਇਸ ਦਾ ਕਲਯੁਗ ਦਾ ਰਾਜ ਹੈ। ਪਹਿਲੇ ਸਤਯੁਗ, ਫਿਰ ਤ੍ਰੇਤਾ, ਫਿਰ ਦੁਆਪਰ ਅਤੇ ਹੁਣ ਕਲਯੁਗ ਦਾ ਰਾਜ ਹੈ ਕਿਉਂਕਿ ਉਹ ਰਾਜਾ ਹੈ। 5 ਇਸ ਦੇ ਜਰਨੈਲ ਹਨ: ਕਾਮ, ਕ੍ਰੋਧ, ਲੋਭ, ਮੋਹ, ਹੰਕਾਰ। ਆਲਸ, ਨੀਂਦਰ, ਦਵੈਸ਼, ਈਰਖਾ, ਚੁਗਲੀ, ਆਲਸ, ਦਲਿੱਦਰ, ਬੁਰਾ ਸੋਚਣਾ, ਹੋਰ ਵੀ ਬਹੁਤ ਜ਼ਿਆਦੀਆਂ ਇਸ ਦੀਆਂ ਫੌਜਾਂ ਹਨ ਜੋ ਇਹਦੇ ਨਾਲ ਜੁੜੀਆਂ ਨੇ। ਜੇ ਸੁਖਮਨੀ ਸਾਹਿਬ ਦੀ ਵਾੜ ਲੱਗੀ ਹੋਵੇ ਤਾਂ ਇਸ ਦੇ ਅੱਗੇ ਕਲਯੁਗ, ਉਸ ਦੀਆਂ ਫੌਜਾਂ, ਉਸ ਦੇ ਜਰਨੈਲ ਦਾ ਕੋਈ ਵੀ ਜ਼ੋਰ ਨਹੀਂ ਚੱਲਦਾ। ਜੋ ਸੁਖਮਨੀ ਸਾਹਿਬ ਨੂੰ ਆਪਣੇ ਜੀਵਨ ਦਾ ਅੰਗ ਬਣਾ ਲੈਂਦਾ ਫਿਰ ਉਹਦੇ ਨੇੜੇ ਕੁਝ ਵੀ ਨਹੀਂ ਆਉਂਦਾ। ਉਹ ਫਿਰ ਆਪੇ ਹੀ ਇੰਨਾ ਚੰਗੇ ਕਰਮ ਭੋਗਦਾ। ਕੋਈ ਚੰਗਾ ਕਰਮ ਉੱਤੇ ਆਵੇ ਅੰਮ੍ਰਿਤ ਵੇਲਾ ਬਣ ਜਾਂਦਾ, ਪਰ ਕੁਝ ਸਮੇਂ ਬਾਅਦ ਹੀ ਕਦੀ ਉੱਠਿਆ ਜਾਏਗਾ ਅਤੇ ਕਦੀ ਨਾਂਗਾ ਪੈ ਜਾਏਗਾ। ਜੇ ਮਨਮੁਖ ਦਾ ਸੰਗ ਘੇਰ ਕੇ ਲੈ ਜਾਏਗਾ ਨਾ ਆਪਣੇ ਵੱਲ ਤਾਂ ਫਿਰ ਉਹ ਸਮਾਂ ਨਹੀਂ ਬਣਦਾ। ਜਦੋਂ ਅੰਮ੍ਰਿਤ ਵੇਲੇ ਉੱਠਣ ਦਾ ਸਮਾਂ ਹੋਏਗਾ, ਮਨ ਕਹੇਗਾ ਸੋ ਜਾ। ਕਿੱਥੇ ਤਾਂ ਅੰਮ੍ਰਿਤ ਵੇਲੇ ਅੰਮ੍ਰਿਤ ਵਰਗਾ ਰਸ ਲੈਂਦੇ ਹੋਣਗੇ ਅਤੇ ਕਿਧਰੇ ਕਲਯੁਗ ਇੰਨਾ ਹਾਵੀ ਹੋ ਜਾਂਦਾ ਹੈ, ਕਹਿੰਦਾ ਸੋ ਜਾ ਆਰਾਮ ਨਾਲ ਸੋ ਤੂੰ। ਕਈ ਵਾਰ ਸਾਡੇ ਨਾਲ ਐਸਾ ਬੀਤਦਾ ਜਦੋਂ ਸਮਾਂ ਤਾਂ ਅੰਮ੍ਰਿਤ ਪੀਣ ਦਾ ਹੁੰਦਾ ਪਰ ਨੀਂਦਰ ਜੋ ਹੁੰਦੀ ਹੈ ਨਾ ਆਪਣਾ ਜ਼ੋਰ ਪਾ ਦਿੰਦੀ ਵੀ ਸੋ ਜਾ। ਉਹ ਐਨ ਥਾਪੜ ਦੇ ਕੇ ਸੌਂਦੀ। ਕਹਿਣ ਲੱਗਾ ਕਿ ਬੜੀ ਕੋਸ਼ਿਸ਼ ਕਰਦਾ ਅੰਮ੍ਰਿਤ ਵੇਲਾ ਬਣ ਜਾਵੇ ਪਰ ਬਣਦਾ ਹੀ ਨਹੀਂ। ਅਲਾਰਮ ਵੀ ਲਾਉਣਾ, ਇੱਕ ਨਹੀਂ 2-2 3-3 ਘੜੀਆਂ 'ਤੇ ਅਲਾਰਮ ਲਾਉਣਾ ਪਰ ਨੀਂਦਰ ਇਤਨਾ ਜ਼ੋਰ ਪਾਉਂਦੀ ਹੈ ਵਸ ਨਹੀਂ ਚੱਲਦਾ। ਅਲਾਰਮ ਬੰਦ ਕਰਕੇ ਫਿਰ ਸੋ ਜਾਣਾ। ਭਾਵ ਕਲਯੁਗ ਜ਼ੋਰ ਪਾਉਂਦਾ, ਨਹੀਂ ਉੱਠਣ ਦਿੰਦਾ। ਇੱਕ ਵਾਰੀ ਕਲਯੁਗ ਗੁਰੂ ਨਾਨਕ ਸਾਹਿਬ ਦੇ ਸਾਹਮਣੇ ਆ ਕੇ ਉਹ ਖੜਾ ਹੋ ਗਿਆ। ਕਹਿਣ ਲੱਗਾ ਕਿ ਮੇਰੇ ਕੋਲ ਹੀਰੇ, ਮੋਤੀ, ਜਵਾਹਰਾਤ ਲੈ ਲਓ। ਇਹ ਅੰਮ੍ਰਿਤ ਵੇਲੇ ਗੁਰਬਾਣੀ ਨਾ ਪੜ੍ਹੋ ਅਤੇ ਨਾ ਹੀ ਪੜ੍ਹਾਓ। ਕੋਲ ਖੜਾ ਸੀ ਭਾਈ ਮਰਦਾਨਾ। ਕਲਯੁਗ ਨੂੰ ਪੁੱਛਣ ਲੱਗਾ, ਮੈਨੂੰ ਇੱਕ ਗੱਲ ਦੱਸ, ਇਹ ਤੂੰ ਜਿਹੜੀ ਆਪਣੇ ਉੱਪਰ ਚਾਦਰ ਲਈਏ ਉਹ ਤਾਂ ਸਾਰੀ ਛੇਕੋ ਛੇਕ ਹੈ, ਉਹ 'ਚ ਤਾਂ ਇੰਨੇ ਜ਼ਿਆਦਾ ਮੋਹਰੇ ਹੋਏ ਪਏ ਨੇ। ਤੇਰੇ ਕੋਲ ਤਾਂ ਆਪਣੇ ਉੱਤੇ ਲੈਣ ਲਈ ਇੱਕ ਚੰਗਾ ਕੱਪੜਾ ਵੀ ਨਹੀਂ ਅਤੇ ਤੂੰ ਸਾਨੂੰ ਹੀਰੇ ਮੋਤੀ ਦੇਣ ਨੂੰ ਗੱਲਾਂ ਕਰਦਾ ਪਿਆ। ਕਲਯੁਗ ਕਹਿਣ ਲੱਗਾ, ਇਹ ਵੀ ਤੇਰੇ ਨਾਨਕ ਦਾ ਯੱਬ ਆ। ਭਾਈ ਮਰਦਾਨਾ ਜੀ ਕਹਿੰਦੇ ਕਿ ਮੇਰੇ ਨਾਨਕ ਤਾਂ ਅੰਮ੍ਰਿਤ ਵੰਡਦੇ ਨੇ, ਇਹ ਯੱਬ ਨਹੀਂ ਵੰਡਦੇ। ਕਲਯੁਗ ਕਹਿਣ ਲੱਗਾ, ਜਦੋਂ ਸਿੱਖ ਅੰਮ੍ਰਿਤ ਵੇਲੇ ਉੱਠਣ ਲੱਗਦੇ ਹਨ ਮੈਂ ਉਹਨਾਂ ਉੱਤੇ ਇਹ ਆਪਣੀ ਆਲਸ ਰੂਪੀ ਚਾਦਰ ਪਾ ਦਿੰਦਾ। ਜਿਹੜੇ ਤਾਂ ਹੁੰਦੇ ਹਨ ਕੱਚੇ ਉਹ ਤਾਂ ਇਸ ਦੀ ਚਾਦਰ ਲਪੇਟ ਸੋ ਜਾਂਦੇ ਨੇ ਅਤੇ ਜਿਹੜੇ ਹੁੰਦੇ ਨੇ ਪੱਕੇ ਉਹ ਲੱਤਾਂ ਮਾਰ ਕੇ ਆਲਸ ਦੀ ਚਾਦਰ ਨੂੰ ਪਰਾਂ ਸੁੱਟਦੇ ਨੇ, ਇਸ਼ਨਾਨ ਕਰਕੇ ਅਤੇ ਵਾਹਿਗੁਰੂ ਨਾਲ ਜੁੜ ਜਾਂਦੇ ਨੇ। ਉਹਨਾਂ ਨੇ ਲੱਤਾਂ ਮਾਰ ਕੇ ਮੇਰੀ ਚਾਦਰ ਵਿੱਚ ਇੰਨੇ ਛੇਕ ਕਰ ਦਿੱਤੇ ਨੇ, ਉਹਨਾਂ ਮੇਰੀ ਸਾਰੀ ਚਾਦਰ ਐਵੇਂ ਕਰ ਦਿੱਤੀ ਹੈ। ਇਸ ਲਈ ਆਪਾਂ ਨੂੰ ਅੰਮ੍ਰਿਤ ਵੇਲੇ ਉੱਠ ਜੋ ਨਿਤਨੇਮ ਕਰਨਾ ਚਾਹੀਦਾ। ਜੋ ਵੀ ਸੁਖਮਨੀ ਸਾਹਿਬ ਦਾ ਪਾਠ ਕਰਦਾ ਹੈ ਉਹ ਆਪਣੀ ਜੋ ਸੁਖਮਨੀ ਸਾਹਿਬ ਦੀ ਪਹਿਲੀ ਵਿਸ਼ੇਸ਼ਤਾ ਹੈ ਨਾ ਕਿ ਆਪਣੇ ਸਵਾਸ ਇੰਨੇ ਨੇ ਉਹ ਸਫਲ ਬਣਾ ਲੈਂਦਾ। ਫਿਰ ਆਓ ਅੱਜ ਤੋਂ ਆਪਾਂ ਵੀ ਗੁਰਬਾਣੀ ਦੇ ਲੜ ਲੱਗੀਏ ਅਤੇ ਆਪਣੇ ਸਵਾਸ ਸਫਲ ਬਣਾਈਏ। ਜਿਸ ਨੂੰ ਕਿਸੇ ਤਰ੍ਹਾਂ ਦਾ ਵੀ ਕੋਈ ਰੋਗ ਹੈ, ਮਨ 'ਚ ਅਸ਼ਾਂਤੀ ਹੈ, ਉਹ ਇੱਕ ਸੁਖਮਨੀ ਸਾਹਿਬ ਦਾ ਪਾਠ ਰੋਜ਼ ਕਰਕੇ ਵੇਖ ਲਓ, ਮਨ ਨੂੰ ਆਪੇ ਸ਼ਾਂਤੀ ਮਿਲ ਜਾਏਗੀ, ਸਾਰੇ ਰੋਗ ਦੂਰ ਹੋਣਗੇ। ਅਤੇ ਵਾਹਿਗੁਰੂ ਨੇ ਜੇ ਸਾਡੇ ਝੋਲੀ ਵਿੱਚ ਇੰਨਾ ਵੱਡਾ ਖਜ਼ਾਨਾ ਪਾਇਆ ਨਾ, ਫਿਰ ਆਓ ਅੱਜ ਤੋਂ ਉਹ ਖਜ਼ਾਨੇ ਨੂੰ ਆਪਾਂ ਵੀ ਫਰੋਲੀਏ ਅਤੇ ਉਹਦੇ ਵਿੱਚੋਂ ਵਾਹਿਗੁਰੂ ਦਾ ਨਾਮ ਜਪੀਏ।